ਧਨਾਸਰੀ ਮਹੱਲਾ ਪੰਜਵਾਂ। ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਣੈ ਸਗਲ ਵਸਤਾ ਕੇ, ਜਾ ਕਾ ਸਤਿਗੁਰ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਨਤਮਸਤਕ ਹੋਏ ਹੋ। ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਪਾਵਨ ਬਖਸ਼ਿਸ਼ ਕੀਤੀ ਹੈ, ਜੋ ਕਿ ਰਾਗ ਧਨਾਸਰੀ ਵਿੱਚ 679 ਅੰਗ 'ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਇਹ ਉਚਾਰਨ ਕੀਤਾ ਗਿਆ ਸ੍ਰੀ ਮੁੱਖ ਵਾਕ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਇਹ ਜਿਹੜਾ ਰੰਗ ਹੈ, ਇਹ ਕਿਸ ਰੰਗ ਦੀ ਬਾਤ ਸਤਿਗੁਰੂ ਕਰ ਰਹੇ ਨੇ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਜਾ ਕੋ ਜਿਨ੍ਹਾਂ ਨੂੰ ਹਰ ਰੰਗ ਹਰੀ ਦਾ ਰੰਗ ਲੱਗਿਆ ਹੈ, ਹਰੀ ਪਰਮੇਸ਼ਰ ਦੀ ਬੰਦਗੀ ਦਾ, ਨਿਤਨੇਮ ਦਾ, ਜਿਹਨੂੰ ਉਹਦੇ ਨਾਮ ਦੀ ਚੇਟਕ ਲੱਗੀ ਹੈ, ਇਸ ਯੁਗ ਮੈਂ, ਇਸ ਸੰਸਾਰ ਦੇ ਅੰਦਰ ਸੋ ਕਹੀਅਤ ਹੈ ਸੂਰਾ। ਅਸੀਂ ਉਹਨੂੰ ਸੂਰਮਾ ਕਹਿੰਦੇ ਹਾਂ। ਸੂਰਮਿਆਂ ਦੀਆਂ ਵੀ ਕਈ ਕੈਟਾਗਰੀਆਂ ਹੁੰਦੀਆਂ ਨੇ। ਇੱਕ ਤੇ ਉਹ ਸੂਰਮੇ ਹੁੰਦੇ ਨੇ ਜਿਹੜੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਉੱਠ ਬਹਿੰਦੇ। ਫਿਰ ਸਾਧ ਸੰਗਤ ਦੇ ਵਿੱਚ ਜਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਉਹ ਵੀ ਸੂਰਮੇ ਆ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਉੱਠ ਬਹਿੰਦੇ। ਅੰਮ੍ਰਿਤ ਵੇਲੇ ਉੱਠਦੇ ਨੇ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਜੁਟ ਜਾਂਦੇ ਨੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਸੰਭਾਲਦੇ ਨੇ। ਜੀਵਨ ਦੇ ਮਿਲੇ ਹੋਏ ਸਵਾਸਾਂ ਨੂੰ ਸਫਲਾ ਕਰਦੇ ਨੇ ਅੰਮ੍ਰਿਤ ਵੇਲੇ, ਕਿਉਂਕਿ ਅੰਮ੍ਰਿਤ ਵੇਲੇ ਮਨੁੱਖ ਦੇ ਅੰਦਰ ਖਿਆਲਾਂ ਦੀ ਜਿਹੜੀ ਪਰਵਾਜ਼ ਹੁੰਦੀ ਹੈ, ਬੜੀ ਧੀਮੀ ਹੁੰਦੀ ਹੈ। ਸਾਰੀ ਕਾਇਨਾਤ ਟਿਕਾਓ ਦੇ ਵਿੱਚ ਹੁੰਦੀ ਹੈ, ਆਸੇ ਪਾਸੇ ਸ਼ਾਂਤੀ ਹੁੰਦੀ ਹੈ। ਅੰਮ੍ਰਿਤ ਵੇਲੇ ਕਿਸੇ ਤਰ੍ਹਾਂ ਦੀ ਕੋਈ ਫਰਸਟ੍ਰੇਸ਼ਨ ਵੀ ਨਹੀਂ ਹੁੰਦੀ ਮਨੁੱਖ ਦੇ ਅੰਦਰ, ਜਦੋਂ ਧਿਆਨ ਦੇ ਵਿੱਚ ਬੈਠਦਾ ਹੈ। ਤੇ ਸਾਧ ਸੰਗਤ ਮੇਰੇ ਜਾਏ ਬਹਿੰਦੇ। ਭਾਈ ਗੁਰਦਾਸ ਕਹਿੰਦੇ ਵੀ ਸਾਧ ਸੰਗਤ ਦੇ ਵਿੱਚ ਜਾ ਕੇ ਬਹਿੰਦੇ ਆ, ਸੰਗਤ ਕਰਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਉ ਭਗਤ ਗੁਰਪੁਰਬ ਕਰੰਦੇ। ਕਹਿਣਗੇ ਭਾਉ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਭਗਤੀ ਦੇ ਰੰਗ ਵਿੱਚ ਰੰਗ ਕੇ ਆਪਣੇ ਵੱਡਿਆਂ ਨੂੰ ਚੇਤੇ ਕਰਦੇ ਨੇ, ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ। ਸੱਚੇ ਪਾਤਸ਼ਾਹ ਪਾਵਨ ਬਾਣੀ ਦੇ ਅੰਦਰ ਇਸ ਸ੍ਰੀ ਮੁੱਖ ਵਾਕ ਦੇ ਰਾਹੀਂ ਸਮਝਾਉਂਦੇ ਨੇ, ਕਹਿੰਦੇ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਿਆ ਨਾ, ਇਹ ਰੰਗ ਹੈ ਜਿਹੜਾ ਲਹਿੰਦਾ ਨਹੀਂ ਹੈ, ਇਹ ਬੜਾ ਪੱਕਾ ਰੰਗ ਹੈ। ਇੱਕ ਤੇ ਇਹ ਕਿਸਮ ਹੈ ਸੂਰਮਿਆਂ ਦੀ, ਤੇ ਦੂਸਰਾ ਹੈ
ਜਾ ਤੁਧ ਭਾਵੈ ਤੇਗ ਵਗਾਵੈ ਸਿਰ ਮੁੰਡੀ ਕਟ ਜਾਵੈ, ਜਾ ਤੁਧ ਭਾਵੈ ਪੜ੍ਹੈ ਕਿਤਾਬਾਂ ਮੁੱਲਾਂ ਸ਼ੇਖ ਕਹਾਵੈ। ਇੱਕ ਉਹ ਸੂਰਮਾ ਜਿਨ੍ਹਾਂ ਸੂਰਮਿਆਂ ਦੇ ਬਾਰੇ ਇੱਕ ਕਵੀ ਹੋਇਆ ਕਾਦਰ ਯਾਰ, ਉਹਨੇ ਬੜਾ ਸੋਹਣਾ ਲਿਖਿਆ। ਉਹ ਕਹਿਣ ਲੱਗੇ, ਕੰਮ ਸੂਰਮੇ ਦਾ ਮੁੱਖ ਤੇ ਚੋਟ ਖਾਣਾ, ਤੇ ਕੰਮ ਸ਼ਹਿਰਾਂ ਦਾ ਉਸ ਨੂੰ ਗਾਵਣਾ ਜੀ। ਕਾਦਰ ਯਾਰ ਖੁਦਾ ਨੂੰ ਯਾਦ ਕਰੀਏ, ਜਿਹਨੇ ਅੰਤ ਸਮੇਂ ਕਮਾਵਣਾ ਜੀ। ਇੱਕ ਉਹ ਸੂਰਮੇ ਨੇ ਜਿਹੜੇ ਰਣ ਤੱਤੇ ਦੇ ਅੰਦਰ ਜਾਨ ਦੀ ਪਰਵਾਹ ਨਾ ਕਰਦੇ, ਸੱਚ ਵਾਸਤੇ ਧਰਮ ਵਾਸਤੇ ਪ੍ਰਾਣਾਂ ਦੀ ਆਹੂਤੀ ਦੇ ਦਿੰਦੇ ਨੇ। ਇਹ ਸੂਰਮਿਆਂ ਦੀ ਬਹੁਤਾਤ, ਦੋਨੇ ਕਿਸਮ ਦੇ ਸੂਰਮੇ, ਬੰਦਗੀ ਵਾਲੇ, ਕਿਉਂਕਿ ਮੈਂ ਬੇਨਤੀ ਕਰਾਂ, ਜਿਤਨੀ ਦੇਰ ਤੱਕ ਇਬਾਦਤ ਨਹੀਂ ਨਾ ਹੋਵੇਗੀ ਉਤਨੀ ਦੇਰ ਤੱਕ ਸ਼ਹਾਦਤ ਨਹੀਂ ਹੋਵੇਗੀ। ਜਿੰਨੀ ਵੱਡੀ ਇਬਾਦਤ ਉਨੀ ਵੱਡੀ ਸ਼ਹਾਦਤ, ਜਿੰਨੀ ਵੱਡੀ ਇਬਾਦਤ ਓਡਾ ਵੱਡਾ ਰੁਤਬਾ। ਇਹ ਚੱਲਦੀ ਆਈ ਹੈ ਬਾਤ, ਧੁਰ ਤੋਂ ਹੀ ਚੱਲਦੀ ਆ ਰਹੀ ਹੈ। ਪੁਰਾਤਨ ਇਤਿਹਾਸ ਵੱਲ ਅਸੀਂ ਨਿਗਾਹ ਮਾਰੀਏ, ਆਈ ਦਿਨ ਪੋਹ ਦਾ ਮਹੀਨਾ, ਕਹਿਰਾਂ ਦੀ ਸਰਦੀ। ਅਸੀਂ ਅੱਜ ਪ੍ਰਭਾਤ ਫੇਰੀ ਦੇ ਵਿੱਚ ਹਲਕੀ ਹਲਕੀ ਬੂੰਦਾਬਾਂਦੀ ਸਨੋ ਪੈ ਰਹੀ ਹੈ, ਤੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਦੇ ਵਿੱਚ ਭੈਣਾਂ ਨੇ ਬੜੇ ਬਰਾਗਮਈ ਸ਼ਬਦ ਪੜ੍ਹੇ, ਤੇ ਆਪਣੇ ਵੱਡਿਆਂ ਦਾ ਚੇਤਾ ਆਇਆ। ਆਪਦੇ ਵੱਡਿਆਂ ਨੂੰ ਚੇਤੇ ਕਰਦੇ ਆਪਾਂ ਹਰ ਸਾਲ ਇਹ ਦਿਨ ਮਨਾਉਂਦੇ ਹਾਂ। ਉਹ ਪੁਰਾਤਨ ਸਾਡਾ ਇਤਿਹਾਸ, ਉਹਨੂੰ ਜਦੋਂ ਅਸੀਂ ਪੜ੍ਹਦੇ ਹਾਂ, ਚੇਤੇ ਕਰਦੇ ਹਾਂ, ਤੇ ਸਾਡਾ ਜਿਹੜਾ ਮਨ ਹੈ, ਸਾਡਾ ਜਿਹੜਾ ਤਨ ਹੈ, ਸਾਡੇ ਤਨ ਦੇ ਅੰਦਰ ਇੱਕ ਵੱਖਰੇ ਕਿਸਮ ਦੀ ਬਿਜਲੀ ਦੌੜਦੀ ਹੈ। ਇਤਨੀਆਂ ਵੱਡੀਆਂ ਸ਼ਹਾਦਤਾਂ, ਜਦੋਂ ਕਿਤੇ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਤੇ ਬਾਬਾ ਫਤਿਹ ਸਿੰਘ ਦਾ ਨਾਮ ਆਉਂਦਾ ਹੈ, ਤੇ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸੀਸ ਝੁਕ ਜਾਂਦਾ ਹੈ, ਤੇ ਨਾਲੇ ਬਜ਼ੁਰਗ ਆਪਣੇ ਪੋਤਿਆਂ ਵੱਲ ਵੇਖਦੇ ਨੇ ਤੇ ਉਦਾਹਰਣ ਦਿੰਦੇ ਨੇ। ਬਸ ਬਾਬਾ ਫਤਿਹ ਸਿੰਘ ਐਡੇ ਕੁ ਸੀ ਜਦੋਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜ਼ੋਰਾਵਰ ਸਿੰਘ ਐਡੇ ਕੁ ਸੀ ਜਿਨ੍ਹਾਂ ਨੇ ਸਰਸੇ ਦੇ ਕਿਨਾਰੇ 'ਤੇ ਸ਼ਹੀਦੀਆਂ ਦਿੱਤੀਆਂ, ਰਣ ਤੱਤੇ ਦੇ ਅੰਦਰ ਸ਼ਹੀਦੀਆਂ ਦਿੱਤੀਆਂ, ਔਰ ਸਰਹਿੰਦ ਦੀ ਧਰਤੀ 'ਤੇ ਉੱਥੇ ਉਹਨਾਂ ਨੇ ਆਪਣੀਆਂ ਸ਼ਹੀਦੀਆਂ, ਆਪਣੀਆਂ ਸ਼ਹਾਦਤਾਂ ਦੇ ਕਰਕੇ ਆਪਣੇ ਸੂਰਮੇ ਹੋਣ ਦਾ ਪ੍ਰਮਾਣ ਦਿੱਤਾ। ਸੂਰਮਾ ਉਹ ਹੁੰਦਾ ਹੈ ਜਿਹੜਾ ਇੱਕ ਵਾਰ ਆਪਣੀ ਜ਼ੁਬਾਨ ਦੇ ਵਿੱਚੋਂ ਗੱਲ ਕਹਿ ਦੇ, ਪਰਤ ਕੇ ਉਸ ਗੱਲ ਤੋਂ ਪਲਟੇ ਨਾ। ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ। ਪਹਿਲੀ ਸ਼ਰਤ ਇਹ ਹੈ ਕਿ ਜਿਹੜਾ ਦੀਨ ਵਾਸਤੇ ਲੜਦਾ, ਜਿਹੜਾ ਧਰਮ ਵਾਸਤੇ ਲੜਦਾ ਹੈ, ਕਰਬਲਾ ਦੇ ਮੈਦਾਨ ਅੰਦਰ ਧਰਮ ਵਾਸਤੇ ਹਸਨ ਤੇ ਹੁਸੈਨ ਲੜੇ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਦੀ ਅੰਸ਼ ਬੰਸ, ਉਹਨਾਂ ਦੇ ਪਰਿਵਾਰ ਉਹਨਾਂ ਨੂੰ ਚੇਤੇ ਕਰਦੇ ਆ, ਉਹਨਾਂ ਦਾ ਦਿਨ ਮਨਾਉਂਦੇ ਆ। ਅਹਿਲੇ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ, ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇੱਥੇ ਛੋਟੀ ਛੋਟੀ ਉਮਰ ਦੇ ਵਿੱਚ ਮਹਾਂਪੁਰਖਾਂ ਨੇ, ਬਾਬਾ ਫਤਿਹ ਸਿੰਘ ਨੇ, ਬਾਬਾ ਜ਼ੋਰਾਵਰ ਸਿੰਘ ਨੇ, ਅਨੇਕ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਦਿੱਤੀਆਂ। ਇਹ ਸਾਡਾ ਪੁਰਾਤਨ ਇਤਿਹਾਸ ਹੈ। ਉਸ ਪੁਰਾਤਨ ਇਤਿਹਾਸ ਦੇ ਸਦਕਾ ਅੱਜ ਦਾ ਜੋ ਮੋਰਚਾ ਲੱਗਿਆ, ਉਹੀ ਮਹੀਨਾ ਹੈ, ਉਹੀ ਸਮਾਂ, ਉੱਦਾਂ ਦੀ ਬਾਰਿਸ਼, ਉਵੇਂ ਦਾ ਮਾਹੌਲ ਹੈ। ਉਹ ਸਰਸਾ ਵਗਦੀ ਸੀ, ਤੇ ਇੱਥੇ ਸਾਡੇ ਭੈਣਾਂ ਭਰਾਵਾਂ 'ਤੇ, ਸਾਡੇ ਬੱਚਿਆਂ 'ਤੇ, ਸਾਡੇ ਬਜ਼ੁਰਗਾਂ 'ਤੇ ਠੰਡੇ ਪਾਣੀ ਦੀਆਂ ਬੁਛਾਰਾਂ ਮੌਕੇ ਦੀ ਸਰਕਾਰ ਵੱਲੋਂ, ਉਹ ਵੀ ਮੌਕੇ ਦੀ ਸਰਕਾਰ ਵੱਲੋਂ ਹੀ ਸੀ। ਵਾਅਦੇ ਕੀਤੇ ਤੇ ਭੁੱਲ ਗਏ। ਗਾਂ ਨੂੰ ਜਿੱਦਾਂ ਸਨਾਤਨ ਧਰਮ ਦੇ ਵਿੱਚ ਚੰਗਾ ਗਿਣਿਆ ਜਾਂਦਾ ਹੈ, ਉਹ ਕਹਿੰਦੇ ਨੇ ਸਾਰੇ ਦੇਵਤਿਆਂ ਦਾ ਵਾਸ ਗਊ ਦੇ ਅੰਦਰ ਹੈ। ਉਹਨਾਂ ਨੇ ਆਟੇ ਦੀ ਗਊ ਬਣਾ ਕੇ ਕਸਮਾਂ ਖਾਧੀਆਂ, ਪਹਾੜੀ ਰਾਜਿਆਂ ਦੇ ਨਾਲ ਰਲੇ। ਉਹਨਾਂ ਨੇ ਕੁਰਾਨੇ ਪਾਕ ਨੂੰ
ਹਾਜ਼ਰ ਹਜ਼ੂਰ ਜਾਣਦਿਆਂ ਜਿਹੜੇ ਕੁਰਾਨੇ ਪਾਕ ਦੀ ਤਲਾਵਤ ਕਰਦੇ ਸੀ, ਉਹਨਾਂ ਨੇ ਉਹਦਾ ਹਵਾਲਾ ਦਿੰਦਿਆਂ, ਉਹਨਾਂ ਨੇ ਉਹਦਾ ਆਸਰਾ ਲੈ ਕਰਕੇ, ਧਰਮ ਦਾ ਆਸਰਾ ਲੈ ਕਰਕੇ, ਸੱਚੇ ਪਾਤਸ਼ਾਹ ਜੀ ਨੂੰ ਇਸ ਬਾਤ ਦਾ ਗਿਆਨ ਸੀ ਵੀ ਇੱਦਾਂ ਹੋਣਾ ਹੈ, ਤੇ ਫਿਰ ਉਹਨਾਂ ਨੇ ਕਸਮਾਂ ਤੋੜੀਆਂ। ਉਹ ਕਾਫਰ ਸਨ, ਕਿਉਂਕਿ ਮੁਸਲਮਾਨ ਬੜੇ ਦੀਨ ਦੇ ਪੱਕੇ ਹੁੰਦੇ ਨੇ। ਇਹ ਬਾਤ ਪੱਕੀ ਹੈ, ਕਿਉਂਕਿ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਨਾ, ਜਿਹੜਾ 5 ਬਾਣੀਆਂ ਦਾ ਨਿਤਨੇਮੀ ਹੈ ਜਾਂ 5 ਨਮਾਜ਼ੀ ਹੈ, ਜਿਹੜਾ ਉਹ ਕਿਵੇਂ ਹੋ ਸਕਦਾ ਹੈ ਵੀ ਆਪਣੀ ਗੱਲ ਕਰਕੇ ਤੇ ਆਪਣੀ ਗੱਲ ਦੇ ਵਿੱਚੋਂ ਦੁਬਾਰਾ ਦੌੜ ਜਾਏ, ਨੱਸ ਜਾਏ, ਫੁਰ ਜਾਏ ਆਪਣੀ ਬਾਤ ਤੋਂ। ਇਹਦਾ ਮਤਲਬ ਉਹ ਬੰਦਗੀ ਦੇ ਨਾਲ ਨਹੀਂ ਜੁੜੇ ਸਨ, 5 ਨਮਾਜ਼ੀ ਨਹੀਂ ਸਨ, ਦਿਖਾਵਾ ਹੀ ਕਰਦੇ ਸਨ। ਕਿਉਂਕਿ ਪਾਵਨ ਬਾਣੀ ਦਾ ਸਿਧਾਂਤ ਕਹਿੰਦਾ ਹੈ, ਸੂਰਬੀਰ ਬਚਨ ਕੇ ਬਲੀ। ਨਿਤਨੇਮ ਕਰਦੇ ਸਨ, ਬਾਣੀ ਪੜ੍ਹਦੇ ਸਨ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਉਹਨਾਂ ਨੇ ਆਪਣੀ ਸ਼ਹੀਦੀ ਦੇ ਕੇ ਇਹ ਬਾਤ ਬਿਲਕੁਲ ਸਾਬਤ ਕੀਤੀ। ਕਿਉਂਕਿ ਜਿਹੜਾ ਸ਼ਹੀਦ ਹੁੰਦਾ ਨਾ ਜੀ, ਸ਼ਹੀਦ ਸ਼ਹੀਦੀ ਹੀ ਇਸ ਕਰਕੇ ਦਿੰਦਾ, ਆਪਣਾ ਬਲੀਦਾਨ ਹੀ ਇਸੇ ਕਰਕੇ ਦਿੰਦਾ ਕਿ ਮੈਂ ਸੱਚ ਤੇ ਖਲੋਤਾ ਹੈ, ਤੇ ਉਹਦੀ ਸ਼ਹੀਦੀ ਇੱਕ ਮੋਹਰ ਲਾ ਦਿੰਦੀ ਹੈ ਵੀ ਇਹ ਸੱਚਾ ਸੀ, ਇਸੇ ਕਰਕੇ ਨੇ ਸ਼ਹੀਦੀ ਦਿੱਤੀ ਹੈ। ਕਿਉਂਕਿ ਸੱਚ ਪੁਰਾਣਾ ਹੋਵੇ ਨਾ ਹੀ ਹੋ ਸਕਦਾ ਉਸ ਸਮੇਂ ਦੀ ਮੌਕੇ ਦੇ ਜਿਹੜੀ ਸਰਕਾਰ ਹੈ ਜਾਂ ਮੌਕੇ ਦਾ ਜਿਹੜਾ ਕੁਛ ਸਮਾਂ ਹੀ ਇਹੋ ਜਿਹਾ ਬਣ ਜਾਵੇ, ਕੋਈ ਵਿਧੀ ਇਹੋ ਜਿਹੀ ਬਣ ਜਾਵੇ, ਪਰ ਸੱਚ ਕਦੀ ਛੁਪਦਾ ਨਹੀਂ ਹੈ। ਸੱਚ ਬਿਲਕੁਲ ਸਾਹਮਣੇ ਆ ਜਾਂਦਾ ਹੈ। ਤੇ ਜਿਨ੍ਹਾਂ ਨੂੰ ਕੱਚਾ ਰੰਗ ਲੱਗਾ ਹੁੰਦਾ ਨਾ, ਤੇ ਜਦੋਂ ਪਾਣੀ ਦੀਆਂ ਬੁਛਾਰਾਂ ਪੈਂਦੀਆਂ ਦੌੜ ਜਾਂਦੇ ਨੇ, ਹਾਹਾਕਾਰ ਮਚ ਜਾਂਦੀ। ਤੁਸੀਂ ਦੇਖਿਆ ਹੋਣਾ ਪੰਚਕੂਲੇ ਦੇ ਵਿੱਚ ਸਤਿਗੁਰੂ ਕਹਿੰਦੇ ਨੇ, ਕਾਚੇ ਗੁਰ ਤੇ ਮੁਕਤ ਨਾ ਹੁਆ। ਤੇ ਇੱਥੇ ਬਾਣੀ ਪੜ੍ਹਨ ਵਾਲੇ ਦੇ ਉੱਤੇ ਪਾਣੀ ਦੀ ਬੁਛਾਰ ਮਾਰੀ, ਸਾਹਮਣੇ ਖਲੋਤਾ ਰਿਹਾ, ਸਾਹਮਣੇ ਖਲੋਤਾ ਰਿਹਾ। ਉਹ ਕਹਿਣ ਲੱਗੇ ਜਿਹੜੀਆਂ ਪਾਣੀ ਦੀਆਂ ਬੁਛਾਰਾਂ ਮਾਰਦੀਆਂ, ਇਦੋਂ ਤੇਜ਼ ਹੁੰਦਾ ਸਾਡੀ ਮੋਟਰ ਦਾ ਪਾਣੀ। ਇਹਦੇ 2 ਦੀ ਮੋਟਰ ਲੱਗੀ, ਸਾਡੀਆਂ 5 5 7 7 7.5 7 ਦੀਆਂ ਮੋਟਰਾਂ ਲੱਗੀਆਂ ਨੇ, ਜਿਨ੍ਹਾਂ ਦੀ ਧਾਰ ਥੱਲੇ ਅਸੀਂ ਨਹਾਉਂਦੇ ਹਾਂ। ਸਾਨੂੰ ਕੀ ਡਰਾਉਣਾ ਤੂੰ? ਪਰ ਗੱਲ ਸੱਚ ਦੀ ਹੈ, ਸੱਚ ਤੇ ਖੜਨਾ ਹੀ ਪਵੇਗਾ। ਕਿਉਂਕਿ ਰੰਗ ਲੱਗਿਆ ਹੋਇਆ ਨਾ, ਅੰਦਰ ਦੀ ਚੇਟਕ ਲੱਗੀ ਹੋਈ ਹੈ। ਬਜ਼ੁਰਗਾਂ ਦੀ ਦਿੱਤੀ ਹੋਈ ਸ਼ਹਾਦਤ ਦਾ ਉਹ ਪਾਵਨ ਬੀਜ, ਪਾਵਨ ਸੋਚ ਹਰ ਇੱਕ ਦੇ ਹਿਰਦੇ ਦੇ ਅੰਦਰ ਹੈ। ਜਦੋਂ ਇਹ ਗੱਲ ਸੁਣੀ ਤੇ ਆਸੇ-ਪਾਸੇ ਦੇ ਮਾਹੌਲ ਜਿਹੜਾ ਸਾਰਾ ਸੀ, ਸਾਰਾ ਮਾਹੌਲ ਗਰਮਾ ਗਿਆ। ਤੁਸੀਂ ਦੇਖੋ ਜਿਹੜੇ ਹੁਣ ਬੰਦੇ ਮੋਨੇ ਨੇ, ਜਿਨ੍ਹਾਂ ਦੇ ਸਿਰ ਤੇ ਕੇਸ ਵੀ ਨਹੀਂ ਹਨ, ਉਹ ਵੀ ਕਹਿੰਦੇ ਅਸੀਂ ਖਾਲਿਸਤਾਨੀ ਹਾਂ। ਗੱਲ ਇਹ ਨਹੀਂ ਹੈ। ਸੱਚ ਸਭ ਨੂੰ ਪਸੰਦ ਹੈ, ਹੱਕ ਸਭ ਨੂੰ ਪਸੰਦ ਹੈ, ਨਾਇਨਸਾਫੀ ਕਿਸੇ ਨੂੰ ਵੀ ਪਸੰਦ ਨਹੀਂ ਹੈ। ਇਸੇ ਕਰਕੇ ਤੁਸੀਂ ਦੇਖੋ ਪੂਰੇ ਭਾਰਤ ਦੇ ਕਿਸਾਨ ਨੇ ਜਿਹੜੇ, ਉਹਦੇ ਸਾਰੇ ਇਕੱਤਰ ਹੋਏ ਆ। ਇਹ ਗੱਲ ਹੁਣ ਜੇ ਆਪਾਂ ਕਹਿ ਦਈਏ ਵੀ ਪਾਰਟੀਆਂ ਦੀ ਗੱਲ ਹੋ ਗਈ ਜਾਂ ਇਹ ਇਕੱਲੇ ਪੰਜਾਬ ਦੀ ਗੱਲ ਹੋ ਗਈ, ਨਹੀਂ, ਇਹ ਗੱਲ ਲੋਕਤੰਤਰ ਤੇ ਲੋਕਾਂ ਦੀ ਹੋ ਗਈ। ਜਿਹੜਾ ਡੈਮੋਕ੍ਰੈਟਿਕ ਢਾਂਚਾ ਜਿਹੜਾ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਸੱਚ ਦੀ ਹੋ ਗਈ। ਤੇ ਫਿਰ ਜਿਨ੍ਹਾਂ ਨੂੰ ਰੰਗ ਲੱਗਿਆ ਨਾ, ਜਦੋਂ ਅੱਗ ਬਲਦੀ ਹੈ ਨਾ ਜੀ, ਤੇ ਭੌਰਾ ਜਿਹੜਾ ਹੁੰਦਾ ਹੈ, ਉਹ ਨਹੀਂ ਵੇਖਦਾ ਮੇਰੇ ਖੰਭ ਸੜ ਜਾਣਗੇ, ਉਹ ਸਿੱਧਾ ਲਾਟ ਵੱਲ ਨੂੰ ਜਾਂਦਾ ਹੈ, ਦੌੜਦਾ ਹੈ। ਤੁਸੀਂ ਦੇਖਿਓ ਉਹ ਸਮਾਂ ਵੀ ਸੀ ਜਿਨ੍ਹਾਂ ਮਾਈਆਂ ਦੇ ਅੰਦਰ, ਭੈਣਾਂ ਦੇ ਅੰਦਰ ਉਹ ਸੋਚ ਦਾ ਬੀਜ ਅਜੇ ਤੱਕ ਜਿੰਦਾ ਹੈ। ਉਹ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਬੈਠੀਆਂ ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੀਆਂ ਬੱਚੀਆਂ। ਦੇਸਾਂ ਵਿਦੇਸਾਂ ਤੋਂ ਲੋਕ ਆਪਣੇ ਕਾਰੋਬਾਰ ਛੱਡ ਕੇ ਆ ਗਏ। ਕਿਉਂ? ਕਿਉਂਕਿ ਬਹੁਤ ਜ਼ਿਆਦਾ ਅੱਤ ਚੁੱਕ ਰੱਖੀ ਹੈ। ਔਰ ਜਿਨ੍ਹਾਂ ਨੂੰ ਸੱਚ ਪਸੰਦ ਹੈ, ਜਿਹੜੇ ਇਨਸਾਫ ਪਸੰਦ ਲੋਕ ਨੇ, ਜਿਹੜੇ ਸਾਰੇ ਉੱਥੇ ਨੇ। ਜਾਕੋ ਹਰ ਰੰਗ ਲਾਗੋ ਇਸ ਚੁੱਕ ਮੈਂ। ਰੰਗ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਤੇ ਰੰਗ ਹੁੰਦਾ ਕੁਸੁੰਭ ਦਾ, ਤੇ ਇੱਕ ਰੰਗ ਹੁੰਦਾ ਮਜੀਠ ਦਾ। ਜਿਹੜਾ ਕੱਚਾ ਰੰਗ ਹੈ ਨਾ, ਕੱਚਾ ਰੰਗ ਮਜੀਠ ਕਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਥੋੜੜਿਆਂ ਦਿਨ 4 ਜੀਓ। ਕੱਚਾ ਰੰਗ ਕੁਸੁੰਭ ਦਾ, ਕੁਸੁੰਭੇ ਦਾ ਜਿਹੜਾ ਰੰਗ ਹੁੰਦਾ, ਉਹਦੀ ਲਿਸ਼ਕ ਪੁਸ਼ਕ ਬੜੀ ਹੁੰਦੀ ਹੈ।
ਪਰ ਉਹ ਇੱਕ ਧੋ ਦੇ ਵਿੱਚ ਪਾਣੀ ਲੱਗਿਆ ਉਹ ਖਰਾਬ ਹੋ ਜਾਂਦਾ ਹੈ। ਤੇ ਰਵਿਦਾਸ ਜੀ ਕਹਿੰਦੇ ਨੇ ਪੱਕਾ ਰੰਗ ਮਜੀਠ ਕਾ ਕਹੁ ਰਵਿਦਾਸ ਚਮਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹੁ ਰਵਿਦਾਸ ਚਮਾਰ। ਪੱਕਾ ਰੰਗ ਹੈ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦਾ। ਇਹ ਰੰਗ ਛੇਤੀ ਛੇਤੀ ਲੱਗਦਾ ਨਹੀਂ। ਇਸ ਰੰਗ ਨੂੰ ਚੜਾਉਣ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਤੋਂ ਲੈ ਕਰਕੇ ਦਸਮ ਪਾਤਸ਼ਾਹ ਮਹਾਰਾਜ ਤੱਕ 239 ਸਾਲ ਤਕਰੀਬਨ 2.5 ਸਦੀਆਂ ਇਸ ਰੰਗ ਦਾ ਪ੍ਰਚਾਰ ਕੀਤਾ ਗਿਆ। ਫਿਰ ਜਾ ਕੇ ਕਿਤੇ ਆ ਜਿਹੜੀ ਕੌਮ ਹੈ ਇਹ ਹੋਂਦ ਦੇ ਵਿੱਚ ਆਈ ਹੈ। ਕਿਉਂਕਿ ਜਦੋਂ ਅੰਬ ਨੂੰ ਲੱਗਿਆ ਬੂਰ ਹੋਵੇ ਤੇ ਕੋਲ ਉਸ ਥਾਂ ਜਾ ਆਣ ਕੇ ਚਹਿਕ ਦੀਏ ਤੇ ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਜਾਵੇ ਫਿਰ ਉੱਥੇ ਫਸਲ ਗੁਲਾਬ ਦੀ ਮਹਿਕਦੀ। ਇਹ ਗੁਲਾਬ ਦੇ ਫੁੱਲ ਨੇ ਜਿਹੜੇ ਸ਼ਹੀਦੀਆਂ ਦੇਣ ਵਾਸਤੇ ਤਿਆਰ ਬਰ ਤਿਆਰ ਬੈਠੇ ਨੇ। ਉੱਥੇ ਸੇਵਾ ਦੀ ਖੁਸ਼ਬੂ ਹੀ ਬਣ ਰਹੇ ਹੈ। ਉੱਥੇ ਸੇਵਾ ਕਰਕੇ ਖੁਸ਼ਬੂ ਬਣ ਰਹੇ ਨੇ ਸਾਰੇ ਸੰਸਾਰ ਦੇ ਵਿੱਚ ਵੀ ਸਿੱਖ ਇਹੋ ਜਿਹੇ ਨੇ। ਤੇ ਦੂਜੇ ਪਾਸੇ ਜਿਹੜੇ ਇਹ ਕਹਿ ਰਹੇ ਨੇ ਕਹਿੰਦੇ ਕਿ ਕੋਈ ਬਾਤ ਨਹੀਂ, ਕਿਉਂਕਿ ਧਨ ਜੋਬਨ ਔਰ ਫੁੱਲੜਾ ਨਾਠੀ ਅੜੇ ਦਿਨ ਚਾਰ। ਜਿਹੜਾ ਫੁੱਲ ਹੁੰਦਾ ਉਹਦੀ 4 ਕੁ ਦਿਨਾਂ ਦੀ ਜ਼ਿੰਦਗੀ ਹੁੰਦੀ ਹੈ, ਪਰ ਬਹੁਤਿਆਂ ਦੇ ਮਨ ਨੂੰ ਸਕੂਨ ਦੇ ਕੇ ਜਾਂਦਾ ਹੈ। ਸਿੱਖ ਦੀ ਜ਼ਿੰਦਗੀ ਵੀ ਇਹੀ ਹੈ, ਭਾਵੇਂ ਜ਼ਿੰਦਗੀ ਛੋਟੀ ਹੋਵੇ। ਬਾਬਾ ਫਰੀਦ ਕਹਿੰਦੇ ਨੇ ਜੇ 100 ਵਰਿਆਂ ਜੀਵਣਾ ਭੀ ਧਨ ਹੋ ਸਿੱਖੇ। ਭਾਵੇਂ 100 ਵਰੇ ਦੀ ਜ਼ਿੰਦਗੀ ਹੋਵੇ ਬੰਦੇ ਦੀ, ਲਾਹਣਤ ਐਸੀ ਜ਼ਿੰਦਗੀ ਤੇ। ਔਰੰਗਜ਼ੇਬ ਦੀ ਕਿੰਨੀ ਵੱਡੀ ਉਮਰ ਸੀ ਤੇ ਸਾਰੇ ਉਹਨੂੰ ਲਾਹਣਤਾਂ ਪਾਉਂਦੇ ਰਹਿਣਗੇ ਰਹਿੰਦੀ ਦੁਨੀਆ ਤੱਕ। ਪਰ ਛੋਟੀ ਜੀ ਜ਼ਿੰਦਗੀ 6-7 ਸਾਲ ਦੀ ਉਮਰ ਮਹਾਂਪੁਰਖ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਵਾਹਿਗੁਰੂ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ ਜੀ, ਅਨੇਕ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਛੋਟੀ ਛੋਟੀ ਉਮਰ 'ਚ ਸ਼ਹੀਦੀਆਂ ਦਿੱਤੀਆਂ। ਇੱਥੋਂ ਤੱਕ 18 ਦਿਨਾਂ ਦੇ ਸਿੰਘਾਂ ਨੇ ਵੀ ਸ਼ਹੀਦੀਆਂ ਦਿੱਤੀਆਂ। ਮੈਂ ਕੱਲ੍ਹ ਦੇਖ ਰਿਹਾ ਸਾਂ 2 ਮਹੀਨਿਆਂ ਦਾ ਬੱਚਾ ਹੈ, ਭੈਣ ਦੀ ਗੋਦੀ ਵਿੱਚ ਸੀ, ਉਹ ਲੈ ਕੇ ਉੱਥੇ ਬੈਠੀ ਸੀ ਮੋਰਚੇ ਦੇ ਵਿੱਚ। ਇਹ ਉਹ ਰੰਗ ਹੈ। ਸੱਚੇ ਪਾਤਸ਼ਾਹ ਕਹਿੰਦੇ ਰੰਗ ਲਾਗਤ 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 ਹੈ, ਹੌਲੀ ਹੌਲੀ ਰੰਗ ਲੱਗਦਾ ਹੈ। ਹੁਣ ਜਦੋਂ ਸੱਚ ਦਾ ਸਭ ਨੂੰ ਪਤਾ ਲੱਗਿਆ ਤੇ ਵੱਡੇ ਪੈਮਾਨੇ ਤੇ ਵੱਡੀ ਤਾਦਾਦ ਦੇ ਵਿੱਚ ਸੰਗਤ ਉੱਥੇ ਪਹੁੰਚੀ ਹੈ। ਸਤਿਗੁਰੂ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ। ਜਿਹਨੂੰ ਸੱਚ ਦਾ ਰੰਗ ਲੱਗ ਗਿਆ ਨਾ, ਉਹ ਫਿਰ ਬਾਬਰ ਦੇ ਸਾਹਮਣੇ ਖਲੋ ਕੇ ਕਹਿੰਦਾ ਹੈ ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲੈ ਲੋ ਪਾਈ ਲੈ ਲੋ। ਪਾਪ ਦੀ ਜੰਜ ਲੈ ਕੇ ਚੜਿਆ, ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲੈ ਲੋ ਪਾਈ ਲੈ ਲੋ। ਸੱਚ ਛੁਪ ਗਿਆ, ਕੂੜ ਪ੍ਰਧਾਨ ਹੈ ਤੇ ਕੂੜ ਦੀ ਜੰਜ ਲੈ ਕੇ ਆ ਗਿਆ। ਰਤਨ ਵਿਗਾੜ ਵਿਗੋਏ ਕੁੱਤੀ, ਤੈਂ ਕੀ ਦਰਦ ਨਾ ਆਇਆ, ਏਤੀ ਮਾਰ ਪਈ ਕੁਰਲਾਣੇ। ਕਹਿਣ ਲੱਗੇ ਰਤਨਾ ਵਰਗੇ ਜੀਵਨ, ਰਤਨਾ ਵਰਗੇ ਮਨੁੱਖ, ਉਹਨਾਂ ਨੂੰ ਏਦਾਂ ਹੀ ਕਤਲ ਕਰ ਦਿੱਤਾ, ਉਹਨਾਂ ਨੂੰ ਮਾਰ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਬਿਲਕੁਲ ਸਨਮੁਖ ਹੋ ਕੇ ਕਿਹਾ ਤੇ ਅੱਜ ਬਿਲਕੁਲ ਉਹੀ ਮੰਜ਼ਰ ਹੈ। ਮੌਕੇ ਦਾ ਬਾਦਸ਼ਾਹ, ਮੌਕੇ ਦਾ ਹੁਕਮਰਾਨ ਹੁਕਮ ਚਾੜੀ ਜਾਂਦਾ ਹੈ ਤੇ ਇੱਧਰ ਹੁਕਮ ਮੰਨਣ ਤੋਂ ਇਨਕਾਰੀ ਹੋਏ ਨੇ। ਉਦੋਂ ਵੀ ਆਹੀ ਮੰਜ਼ਰ ਸੀ, ਇਸੇ ਤਰ੍ਹਾਂ ਦੇ ਹਾਲਾਤ ਸਨ। ਕਿਉਂਕਿ ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਸੱਚੇ ਪਾਤਸ਼ਾਹ ਦਾ ਉਹ ਲੱਗਿਆ ਹੋਇਆ ਬੂਟਾ, ਧਰਮ ਦਾ ਬੂਟਾ, ਇਨਸਾਫ ਦਾ ਬੂਟਾ, ਅੱਜ ਉਹਨੂੰ ਫਲ ਪਿਆ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ। ਸੂਰਮੇ ਨੇ ਜਿਨ੍ਹਾਂ ਨੂੰ ਇਸ ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਰੰਗ ਚੜਿਆ, ਬੰਦਗੀ ਦਾ ਰੰਗ ਲੱਗਿਆ ਹੈ। ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੇ ਬੰਦਗੀ। ਜਿਹੜੇ ਬੰਦਗੀ ਕਰਦੇ ਨੇ ਉਹ ਸ਼ਹਾਦਤਾਂ ਵੀ ਦੇਣ ਜਾਣਦੇ ਨੇ, ਉਹ ਸ਼ਹਾਦਤਾਂ ਵੀ ਦੇਣ ਜਾਣਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਸਾਰੀ
इस बात की। आत्म जिणे सगल वस ताकै, आत्मक बल दे नाल सगल वस ताकै सारियां कामनावां भावनावां नूं वस दे विच कर लैंदे ने। आत्म जिणे सगल वस ताकै जाका सतगुर पूरा, जिन्हां दा सतगुरु, जिन्हां दा गुरु पूरा है। जदों गुरु दा सिर ते हत्थ होवे ना, कहंदे जाम गुरु होए वल लख माहे कै किजै, जाम गुरु होए वल धने कै गारव दिजै, जाम गुरु होए वल ज्ञान और ध्यान अनन पर, जाम गुरु होए वल शब्द साखी सो सच्चे कर। सच्चे पातशाह कहते जिन्हां दे बन्नी गुरु हुंदा ना, जा तू मेरे वल है तां क्या मुशंदा, तो सब कुछ मैनू सौंपिया, जा तेरा बंदा लक्ष्मी तोट ना आवे, खाए खर्च रहिंदा, ये वैरी मित्र सब कीतियां न मंगे मंदा, लेखा कोई ना पुछे जा तुध पवंदा, सबे काज सवारिया जा तुध पवंदा, आनंद पाया सुख पाया मिल गुरु गोविंदा। जो गुरु वल हुंदा है, गुरु की एक रहमत की नज़र मनुख का जीवन बदल देती है, मनुख नूं ताकत मिलती है। गुरु के दर तो बाणी पढ़िया मनुख के अंदर टिकाऊ आउंदा, सहज आउंदा है। ते जिहड़े बाणी दे नाल जुड़े ने, फिर बेनती करांगा, इबादत तो बिना शहादत नहीं हुंदी। इन्नी की बेनती आप जी ने प्रवान करनी। गुरु महाराज सच्चे पातशाह कृपा करे, तुहानूं सबनां नूं जिवाया, सबनां दा धन्नवाद। सच्चे पातशाह रहमत बख्शिश करन। ये जिहड़ा मोर्चा लग्या है, जिन्ने सूरमे उस मोर्चे के अंदर बैठे ने, मैं बेनती करा, जो रण तत्ता होवे ना, जो किते युद्ध का समा बनया होवे, उदों उस जंग दे विच हिस्सा लैण वाला कोई भी बंदा आम नहीं हुंदा। फिर बेनती करांगा, जिथे निहंग सिंह फौजां पहुंचियां, सारा सिख समाज पहुंचा, उत्थे इंसाफ पसंद लोग जिन्ने भी गए ने उत्थे सारे, कोई भी बंदा आम नहीं है, सारे खास है, सारे खास ने, क्योंकि इस तरह के मोर्चे पहलों तो लगते आ रहे हैं। क्योंकि जदों दी भगतां ते संसारियां जोड़ कदे ना आया, जदों तो मौले ने दुनिया साजी है, उदों तो रब दा ते अत दा वैर है, चलदा ही आ रहा। जो कोई अत चुक लैंदा है, उदों फिर फरीदा खालक खलक में खलक जागदी है, ते ओदी अत दा अंत कर देंदी है। हुण अत दा अंत आया, सो गुरु के चरनां 'च आपां सारे अपने घरां दे विच रोज़ अरदास करिए। बेनती करांगा, चौपई साहब के पाठ, जपजी साहब के पाठ, मूल मंत्र साहब के पाठ करके ते गुरु के चरनां 'च अरदास करो। जी की बिरथा होए सो गुर पै अरदास कर। कोई भी तेरा कारज है, तेरे मन के अंदर जो वलवला है, तेरे मन के अंदर जो अरदास है, तेरे मन के अंदर जो दुखांत है, अगर तू सच्चे दिल नाल, सच्ची श्रद्धांजलि नाल तू उस चीज़ नूं मनदा है ये गलत हो रहा है, ये नहीं होना चाहिए सी, गुरु के चरनां 'च अरदास कर। पाठ करके अरदास करो। बाबा बलविंदर सिंह जी महापुरख हजूर साहब वाले, सिंह साहब, मौजूदा सिंह साहब, सबना ने यह बात कही है कि सिख संगतां दे चरनां 'च बेनती है, अपने अपने घरां दे विच पाठ करो ते गुरु साहब दे चरनां 'च सारे सिख समाज खालसे दी चढ़दी कला दी अरदास करो। तो जो सारे मिलके आप अरदास करांगे, खुदा मंजूर करता है दुआ जो दिल से होती है। मुश्किल तो ये है कि ये मुश्किल से होती है, काम बड़ा मुश्किल है, पर गुरु की रहमत नालों वड्डा नहीं है कोई भी दुनिया का कारज, गुरु की रहमत तो वड्डा नहीं है। इस करके गुरु के चरणों 'च आपां सारी अरदास करिए। भुल चुक दी खिमा, गज की फतेह बुलाओ जी। वाहिगुरू जी का खालसा, वाहिगुरू जी की